ਫੀਮੇਲ ਕਾਮਰੇਡ ਨੇ ਇੱਕ ਬ੍ਰਾਂਚ ਦੇ ਵਿੱਚ ਇਲੀਗਲ ਅਨਐਥੀਕਲ ਪ੍ਰੈਕਟਿਸਿਸ ਜਿਹੜੀਆਂ ਹੋ ਰਹੀਆਂ ਸੀ ਉਹਦੇ ਬਾਰੇ ਇੱਕ ਇਨਫੋਰਮ ਕਰਨਾ ਸੀਗਾ ਜ਼ੋਨਲ ਮੈਨੇਜਰ ਨੂੰ। ਜ਼ੋਨਲ ਮੈਨੇਜਰ ਨੇ ਉਹਦੀ ਗੱਲ ਸੁਣਨ ਦੀ ਬਜਾਏ ਉਹਦੀ ਹੀ ਟ੍ਰਾਂਸਫਰ ਕਰ ਦਿੱਤੀ ਗਈ, ਉਸ ਬ੍ਰਾਂਚ 'ਚ ਇਨਕੁਆਇਰੀ ਕਰਨ ਦੀ ਬਜਾਏ ਉਹਦੀ ਟ੍ਰਾਂਸਫਰ ਕਰਤੀ ਗਈ ਔਰ ਟ੍ਰਾਂਸਫਰ ਕਰਕੇ ਉਹਨੂੰ ਇੱਥੇ ਜ਼ੋਨਲ ਆਫਿਸਰ ਬੁਲਾ ਲਿਆ ਗਿਆ ਔਰ ਇਹ ਕਿਹਾ ਗਿਆ ਕਿ 1 ਹਫ਼ਤਾ ਤੈਨੂੰ ਇੱਥੇ ਰਹਿਣਾ ਪਊਗਾ। 1 ਹਫ਼ਤਾ ਰਹਿਣ ਦਾ ਮਤਲਬ ਹੈ ਕਿ ਉਹਨੂੰ ਇੱਥੇ ਟੌਰਚਰ ਕੀਤਾ ਜਾਏਗਾ, ਉਹਨੂੰ ਇੱਥੇ ਹਰਾਸ ਕੀਤਾ ਜਾਏਗਾ ਤਾਂ ਕਿ ਉਹ ਆਪਣੀ ਕੰਪਲੇਂਟ ਵਾਪਸ ਲੈ ਲਵੇ, ਤਾਂ ਕਿ ਉਹ ਚੀਜ਼ ਨੂੰ ਉਜਾਗਰ ਨਾ ਕਰੇ ਆਪਣੀ। ਰੀਸੈਂਟ ਐਗਜ਼ਾਮਪਲ ਜਿਹੜੀ ਹੈ ਉਹ ਹੈ ਇੱਕ ਬੰਦੇ ਨੇ ਛੁੱਟੀ ਲਈ, ਛੁੱਟੀ ਲੈਣ ਦਾ ਜੈਨੂਨ ਪ੍ਰੋਬਲਮ ਆ, ਉਹਦੀ ਮੈਡੀਕਲ ਸਰਟੀਫਿਕੇਟ ਦਿਖਾ ਰਿਹਾ, ਉਹਨੂੰ ਕਹਿ ਰਿਹਾ ਵੀ ਤੈਨੂੰ ਐਸੀ ਜਗ੍ਹਾ ਤੇ ਮਾਰਾਂਗਾ ਚੱਕ ਕੇ ਜਿੱਥੇ ਤੈਨੂੰ ਪਾਣੀ ਨਹੀਂ ਮਿਲੇਗਾ, ਜਾ ਕੇ ਤੈਨੂੰ ਮੈਂ ਜੰਮੂ ਕਸ਼ਮੀਰ ਤੋਂ ਜਾ ਕੇ ਅੱਗੇ ਭੇਜਾਂਗਾ। ਫਿਰ ਉਹਨੂੰ ਕਿਹਾ ਗਿਆ ਵੀ ਜੇ ਤੇਰੀ ਤੂੰ ਲੇਟ ਕੇ ਉੱਠ ਨਹੀਂ ਸਕਦਾ, ਤੈਨੂੰ ਐਸੀ ਬ੍ਰਾਂਚ ਦੇਣਾ ਇੱਥੇ ਲੇਟ ਕੇ ਕੰਮ ਹੁੰਦਾ ਹੋਵੇ। ਤਾਂ ਅਲਟੀਮੇਟਲੀ ਉਹ ਦੁਖੀ ਹੋ ਕੇ ਬੈਂਕ ਛੱਡ ਗਿਆ, ਕਹਿੰਦਾ ਜੀ ਮੈਂ ਇਸ ਬੈਂਕ 'ਚ ਨੌਕਰੀ ਨਹੀਂ ਕਰਨੀ ਜਿੱਥੇ ਰਿਸਪੈਕਟ ਨਹੀਂ ਹੈਗੀ। ਅਸੀਂ ਅੰਦਰ ਗਏ ਹਾਂ ਜੀ। ਪਹਿਲੇ ਤਾਂ ਸਭ ਤੋਂ ਪਹਿਲੇ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਤਾਂ SC ST ਇੰਪਲੋਈ ਹੈ, ਵੂਮਨ ਇੰਪਲੋਈ ਹੈ, ਕਿਸੇ ਕੰਮ ਦੇ ਬੰਦੇ ਨਹੀਂ ਹੈ, ਇਹਨਾਂ ਨੂੰ ਤਾਂ ਬੈਂਕ ਤੋਂ ਮੇਰਾ ਬਸ ਚਲੇ ਤਾਂ ਮੈਂ ਬੈਂਕ ਤੋਂ ਕੱਢ ਦੇਣਾ। ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜਿਹੜੇ 2 ਬੰਦੇ ਤੂੰ ਬੈਂਕ ਤੋਂ ਨਾ ਇਹਨਾਂ ਫੀਮੇਲ ਕਾਮਰੇਡ ਨਾਲ ਆਏ ਹੈ, ਕਹਿੰਦਾ ਮੈਂ ਤਾਂ ਸਭ ਤੋਂ ਪਹਿਲੇ ਤੁਹਾਨੂੰ ਸਸਪੈਂਡ ਕਰੂੰਗਾ। ਤੇ ਸਾਨੂੰ ਇਹਨਾਂ ਨੇ ਸਸਪੈਂਸ਼ਨ ਲੈਟਰ ਇਸ਼ੂ ਕਰਤੀ ਤੇ ਜਸਟ ਜਿਹਦਾ ਕੋਈ ਵੈਲਿਡ ਰੀਜ਼ਨ ਹੀ ਹੈ ਨਹੀਂਗਾ। ਔਰ ਜਸਟ ਕਿਉਂ ਕੀਤਾ ਇਹਨਾਂ ਨੇ ਕਿ ਸਿਰਫ ਆਪਣੀ ਈਗੋ ਸੈਟੀਸਫਾਈ ਕਰਨ ਲਈ। ਅਗਰ ਇੱਕ ਬ੍ਰਾਂਚ ਦੇ ਵਿੱਚ 2 ਮੈਨ ਬ੍ਰਾਂਚਿਸ ਹੋਣਗੀਆਂ ਤਾਂ ਬੰਦ ਇੱਕ ਪਾਸੇ ਕਹਿਣਾ ਤੂੰ ਬਾਹਰ ਜਾ ਕੇ ਬਿਜ਼ਨਸ ਲੈ ਕੇ ਆ, ਦੂਜੇ ਪਾਸੇ 2 ਬੰਦਿਆਂ ਤੋਂ ਬਿਨਾਂ ਬ੍ਰਾਂਚ 'ਚ ਚੱਲਦੀ, ਉਹ ਕਿੱਦਾਂ ਬੰਦਾ ਬਾਹਰ ਜਾਊਗਾ। ਇਹਦੀ ਬ੍ਰਾਂਚ ਦੇ ਵਿੱਚੋਂ ਇੱਕ ਲੜਕੀ ਨੂੰ 15-20 ਦਿਨ ਦੀ ਛੁੱਟੀ ਦਿੱਤੀ ਗਈ, ਮਾਰਚ ਦੇ ਮਹੀਨੇ ਵਿੱਚ ਛੁੱਟੀ ਦਿੱਤੀ ਗਈ ਔਰ ਇਹਨੂੰ ਟੌਰਚਰ ਕੀਤਾ ਜਾ ਰਿਹਾ ਜਿਹੜਾ ਬੰਦਾ ਕੰਮ ਕਰਦਾ ਔਰ ਜਿਹੜੇ ਬੰਦੇ ਨੇ ਚੀਜ਼ਾਂ ਇੱਕ ਤੁਹਾਡੀ ਬੈਂਕ ਦੇ ਬੈਨੀਫਿਟ ਵਾਸਤੇ ਸਾਹਮਣੇ ਲਿਆਂਦੀਆਂ। 8-10 ਸਾਲਾਂ ਤੁਹਾਨੂੰ ਦੇਖਦੇ ਪਏ ਆ, ਜਿਹੜੀ ਬ੍ਰਾਂਚ ਦੀ ਰਹਿੰਦੀ ਹੈ ਲੇਟ ਆਉਂਦੀ ਹੈ, ਦੁਪਹਿਰੇ 2 ਵਜੇ ਤੋਂ ਲੈ ਕੇ 3 ਵਜੇ ਤੱਕ ਭੱਜ ਜਾਂਦੀ ਹੈ ਔਰ RBI ਦੀ ਗਾਈਡਲਾਈਨਸ ਕਲੀਅਰ ਨੇ ਇਹਦੇ ਵਿੱਚ ਵੀ ਲੰਚ ਟਾਈਮ ਬੰਦ ਕੀਤਾ ਹੋਇਆ ਹੈ ਸਰਕਾਰੀ ਬੈਂਕਾਂ ਦਾ, ਲੇਕਿਨ ਉਸ ਦੇ ਬਾਵਜੂਦ ਉਹ 2 ਵਜੇ ਜਾਂਦੀ ਹੈ, 3 ਵਜੇ ਵਾਪਸ ਆਉਂਦੀ ਹੈ। ਸਾਰਾ ਦਿਨ ਫੋਨ ਦੇ ਉੱਤੇ ਲੱਗੀ ਰਹਿੰਦੀ ਹੈ, ਜੇ ਕੋਈ ਕਸਟਮਰ ਆ ਜਾਏ ਉਹਨੂੰ ਕਹਿ ਦਿੰਦੀ ਹੈ ਕੱਲ ਨੂੰ ਆਉਣਾ, ਠਹਿਰ ਕੇ ਆਉਣਾ, ਸ਼ਾਮ ਨੂੰ आना। सर सारी रिकॉर्डिंग चेक करी जाए, मेरी फिनैकल ID चेक करी जाए, ठीक है, जो भी उनका इशू है वहाँ से रिजॉल्व हो जाए, उनको सारे आंसर मिल जाएंगे कितने बजे लॉगिन हुआ, कितने बजे लॉग आउट हुआ, ठीक है। और मोबाइल चलाने व्हाट्सएप पे जो ग्रुप बने हैं इनके सेकंड मैन के या जो भी, अब वो मैसेजेस मैडम मुझे मगर मैसेज करेंगी तो वो कहेंगे ये अब कर दो, तो वो तो हम वहीं से देखेंगे। और पर्सनल काम के लिए तो कोई इतना टाइम ही नहीं होता सर। ਸਤਵੀਰ ਜੀ ਆਪਣੇ ਆਪ ਨੂੰ ਪਕਸ਼ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੇ ਆ, ਟੋਟਲੀ ਰੋਂਗ ਹੈ। ਅਗਰ ਉਹ ਠੀਕ ਹੁੰਦੇ ਤਾਂ ਅਸੀਂ ਉਹਦੇ ਨਾਲ ਖੜੇ ਹੁੰਦੇ। ਅਸੀਂ ਕਦੀ ਆਪਣੇ ਗਲਤ ਇੰਪਲੋਈ ਨੂੰ ਪ੍ਰੋਟੈਕਟ ਨਹੀਂ ਕਰਦੇ। ਜਿਹੜਾ ਬੈਂਕ ਦੀ ਲਾਇਬਿਲਿਟੀ ਹੈ ਅਸੀਂ ਵੀ ਉਹਦੇ ਨਾਲ ਖੜੇ ਆ ਵੀ ਉਹ ਪ੍ਰੋਟੈਕਟ ਨਹੀਂ ਕੀਤਾ ਜਾਣਾ ਚਾਹੀਦਾ। ਪਰ ਸਤਵੀਰ ਜੀ ਦਾ ਜਿਹੜਾ ਕਹਿਣਾ ਆਪਣੇ ਆਪ ਨੂੰ ਜਸਟੀਫਾਈ ਕਰਨਾ, ਰੋਂਗ ਚੀਜ਼ਾਂ ਨੂੰ ਜਸਟੀਫਾਈ ਕਰਨਾ, ਅਸੀਂ ਬਿਲਕੁਲ ਉਹਦੇ ਨਾਲ ਸਹਿਮਤ ਨਹੀਂ ਹੈਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਹਾਂ ਤੁਹਾਡਾ ਨਾਲ ਸੁਸ਼ੀਲ ਮਚਾਨ। ਟੀਮ ਸਾਡੀ ਅੱਜ ਪਹੁੰਚੀ ਹੈਗੀ ਹੈ ਭਾਈਵਾਲਾ ਚੌਂਕ ਪੰਜਾਬ ਐਂਡ ਸਿੰਧ ਬੈਂਕ ਦੇ ਜੋਨਲ ਆਫਿਸ, ਜਿੱਥੇ ਲੁਧਿਆਣਾ ਪੰਜਾਬ ਐਂਡ ਸਿੰਧ ਬੈਂਕ ਦੇ ਇੰਪਲੋਈਜ਼ ਨੇ ਇੱਕ ਰੋਸ ਪ੍ਰਦਰਸ਼ਨ, ਧਰਨਾ ਪ੍ਰਦਰਸ਼ਨ ਕੀਤਾ ਹੋਇਆ ਵਾ, ਜੋ ਕਿ ਜੋਨਲ ਹੈੱਡ ਨੇ ਸਤਬੀਰ ਸਿੰਘ। ਜਾਣਦੇ ਹਾਂ ਕੀ ਹੈਗਾ ਪੂਰਾ ਮਾਮਲਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਮਾਮਲਾ ਹੈਗਾ ਵਾ? ਅੱਜ ਤੁਸੀਂ ਪੂਰੇ ਲੁਧਿਆਣੇ ਦੇ ਇੰਪਲੋਈਜ਼ ਅੱਜ ਇੱਥੇ ਇਕੱਠੇ ਹੋਏ ਹੋ, ਕੰਮ ਬੰਦ ਹੋਇਆ ਪਿਆ। ਸਰ ਮੈਂ ਚਰਨਜੀਤ ਜੋਸ਼ੀ, ਆਲ ਇੰਡੀਆ ਪੰਜਾਬ ਐਂਡ ਸਿੰਧ ਬੈਂਕ ਆਫਸਰ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਤੇ ਨੌਰਥ ਜ਼ੋਨ ਦਾ ਮੈਂ ਜਨਰਲ ਸੈਕਟਰੀ ਹਾਂ। ਅੱਜ ਅਸੀਂ ਇੱਥੇ ਆਏ ਸੀ ਜ਼ੋਨਲ ਮੈਨੇਜਰ ਨੂੰ ਮਿਲਣ ਵਾਸਤੇ, ਬਿਕੋਜ਼ ਸਾਡੀ ਇੱਕ ਫੀਮੇਲ ਕਾਮਰੇਡ ਨੇ ਇੱਕ ਬ੍ਰਾਂਚ ਦੇ ਵਿੱਚ ਇਲੀਗਲ ਅਨਐਥੀਕਲ ਪ੍ਰੈਕਟਿਸਿਸ ਜਿਹੜੀਆਂ ਹੋ ਰਹੀਆਂ ਸੀ ਉਹਦੇ ਬਾਰੇ ਇੱਕ ਇਨਫੋਰਮ ਕਰਨਾ ਸੀਗਾ ਜ਼ੋਨਲ ਮੈਨੇਜਰ ਨੂੰ। ਜ਼ੋਨਲ ਮੈਨੇਜਰ ਨੇ ਉਹਦੀ ਗੱਲ ਸੁਣਨ ਦੀ ਬਜਾਏ ਉਹਦੀ ਹੀ ਟ੍ਰਾਂਸਫਰ ਕਰ ਦਿੱਤੀ ਗਈ, ਉਸ ਬ੍ਰਾਂਚ 'ਚ ਇਨਕੁਆਇਰੀ ਕਰਨ ਦੀ ਬਜਾਏ ਉਹਦੀ ਟ੍ਰਾਂਸਫਰ ਕਰਤੀ ਗਈ ਔਰ ਟ੍ਰਾਂਸਫਰ ਕਰਕੇ ਉਹਨੂੰ ਇੱਥੇ ਜ਼ੋਨਲ ਆਫਿਸਰ ਬੁਲਾ ਲਿਆ ਗਿਆ ਔਰ ਇਹ ਕਿਹਾ ਗਿਆ ਕਿ 1 ਹਫ਼ਤਾ ਤੈਨੂੰ ਇੱਥੇ ਰਹਿਣਾ ਪਊਗਾ। 1 ਹਫ਼ਤਾ ਰਹਿਣ ਦਾ ਮਤਲਬ ਹੈ ਕਿ ਉਹਨੂੰ ਇੱਥੇ ਟੌਰਚਰ ਕੀਤਾ ਜਾਏਗਾ, ਉਹਨੂੰ ਇੱਥੇ ਹਰਾਸ ਕੀਤਾ ਜਾਏਗਾ ਤਾਂ ਕਿ ਉਹ ਆਪਣੀ ਕੰਪਲੇਂਟ ਵਾਪਸ ਲੈ ਲਵੇ, ਤਾਂ ਕਿ ਉਹ ਚੀਜ਼ ਨੂੰ ਉਜਾਗਰ ਨਾ ਕਰੇ ਆਪਣੀ। ਇਹੋ ਜਿਹਾ ਕੀ ਹੋਇਆ ਸੀਗਾ? ਕਿਹੜੇ ਇਹੋ ਜਿਹੇ ਵਰਡਸ ਨੇ ਜਿਹੜੇ ਯੂਜ਼ ਕੀਤੇ ਗਏ ਜਿਨ੍ਹਾਂ ਕਰਕੇ ਅੱਜ ਤੁਹਾਡੀ ਫੈਡਰੇਸ਼ਨ ਹੈ, ਯੂਨੀਅਨ ਹੈ, ਅੱਜ ਇੱਥੇ ਖੜੀ ਹੋਈ ਹੈ? ਇਹ ਜਿਹੜੀ ਅੱਜ ਦੀ ਜਿਹੜੀ ਹੈ ਸਾਰੀ ਗੈਦਰਿੰਗ ਹੈ, ਇਹ ਕੋਈ ਇੱਕ ਦਿਨ ਦਾ ਆਊਟਕਮ ਨਹੀਂ ਹੈ। ਇਹ ਜਿਹੜਾ ਹੈਗਾ ਬਹੁਤ ਦਿਨਾਂ ਤੋਂ ਚੀਜ਼ਾਂ ਇਕੱਠੀਆਂ ਹੋ ਰਹੀਆਂ ਸੀ, ਪਾਈਲ ਅਪ ਹੋ ਰਹੀਆਂ ਸੀ। ਅੱਜ ਜਿਹੜਾ ਬਸਟ ਹੋਇਆ ਜਾ ਕੇ ਹੈ। ਜਦੋਂ ਦਾ ਜ਼ੋਨਲ ਮੈਨੇਜਰ ਨੇ ਇੱਥੇ ਜੁਆਇਨ ਕੀਤਾ ਉਦੋਂ ਤੱਕ ਇੱਕ ਟੈਰਰ ਦਾ ਮਾਹੌਲ ਹੈ। ਐਸਾ ਮਾਹੌਲ ਬਣਾਤਾ ਗਿਆ ਕਿ ਰੈਗੂਲਰ ਬੇਸਿਸ ਦੇ ਉੱਪਰ ਸ਼ੋਅ ਦੇ ਦਿੰਦੇ ਨੇ, ਇਨਕੁਆਇਰੀਆਂ ਕਰ ਦੇਣੀਆਂ, ਸਸਪੈਂਡ ਕਰ ਦੇਣੇ। ਔਰ ਅਗਰ ਤੁਸੀਂ ਦੇਖੋਗੇ 5-7 ਬੰਦੇ ਇਹਨਾਂ ਦੇ ਆਉਣ ਤੋਂ ਬਾਅਦ ਉਹ ਬੈਂਕ ਛੋੜ ਕੇ ਚਲੇ ਗਏ ਜਸਟ ਇਹਨਾਂ ਦੇ ਬਿਹੇਵੀਅਰ ਤੋਂ। ਰੀਸੈਂਟ ਐਗਜ਼ਾਮਪਲ ਜਿਹੜੀ ਹੈ ਉਹ ਹੈ ਇੱਕ ਬੰਦੇ ਨੇ ਛੁੱਟੀ ਲਈ, ਛੁੱਟੀ ਲੈਣ ਦਾ ਜੈਨੂਨ ਪ੍ਰੋਬਲਮ ਆ, ਉਹਦੀ ਮੈਡੀਕਲ ਸਰਟੀਫਿਕੇਟ ਦਿਖਾ ਰਿਹਾ, ਉਹਨੂੰ ਕਹਿ ਰਿਹਾ ਵੀ ਤੈਨੂੰ ਐਸੀ ਜਗ੍ਹਾ ਤੇ ਮਾਰਾਂਗਾ ਚੱਕ ਕੇ ਜਿੱਥੇ ਤੈਨੂੰ ਪਾਣੀ ਨਹੀਂ ਮਿਲੇਗਾ, ਜਾ ਕੇ ਤੈਨੂੰ ਮੈਂ ਜੰਮੂ ਕਸ਼ਮੀਰ ਤੋਂ ਜਾ ਕੇ ਅੱਗੇ ਭੇਜਾਂਗਾ। ਫਿਰ ਉਹਨੂੰ ਕਿਹਾ ਗਿਆ ਵੀ ਜੇ ਤੇਰੀ ਤੂੰ ਲੇਟ ਕੇ ਉੱਠ ਨਹੀਂ ਸਕਦਾ, ਤੈਨੂੰ ਐਸੀ ਬ੍ਰਾਂਚ ਦੇਣਾ ਇੱਥੇ ਲੇਟ ਕੇ ਕੰਮ ਹੁੰਦਾ ਹੋਵੇ। ਤਾਂ ਅਲਟੀਮੇਟਲੀ ਉਹ ਦੁਖੀ ਹੋ ਕੇ ਬੈਂਕ ਛੱਡ ਗਿਆ, ਕਹਿੰਦਾ ਜੀ ਮੈਂ ਇਸ ਬੈਂਕ 'ਚ ਨੌਕਰੀ ਨਹੀਂ ਕਰਨੀ ਜਿੱਥੇ ਰਿਸਪੈਕਟ ਨਹੀਂ ਹੈਗੀ। ਕੌਣ ਨੇ ਇਹੋ ਜਿਹੇ ਇੰਪਲੋਈ ਜਿਨ੍ਹਾਂ ਨੂੰ ਇਹ ਵਰਡ ਯੂਜ਼ ਕੀਤੇ ਗਏ?
ਬਹੁਤ ਸਾਰੇ EMPLOYER ਰੈਗੂਲਰ ਬੇਸਿਸ ਦੇ ਉੱਪਰ ਹੈ। ਇਸ ਤੁਸੀਂ ਵਕਤ ਕੋਈ ਇੱਥੇ ਮੌਜੂਦ ਨਹੀਂ? ਇਸ ਵਕਤ ਇੱਥੇ ਮੌਜੂਦ ਨਹੀਂ ਹੈ ਕਿਉਂਕਿ ਉਹ ਬੈਂਕ ਹੀ ਛੱਡ ਕੇ ਚਲੇ ਗਏ ਆ। ਜਦੋਂ ਬੈਂਕ ਛੱਡ ਕੇ ਚਲੇ ਗਿਆ ਤਾਂ ਇੱਕ ਨਾਤਾ ਟੁੱਟ ਜਾਂਦਾ ਉਹ ਬੈਂਕ ਦੇ ਨਾਲ, ਤੇ ਇੱਥੇ ਬਿਲਕੁਲ ਮੌਜੂਦ ਨਹੀਂ ਹੈਗੇ। ਪਰ ਮੈਂ ਉਹ ਦੱਸ ਸਕਦਾ, ਵਿਦ ਨੇਮ ਦੱਸ ਸਕਦਾ, ਬਹੁਤ ਸਾਰੇ EMPLOYER। ਅੱਜ ਕੀ ਹੋਇਆ ਸੀਗਾ? ਅੱਜ ਅਸੀਂ ਜਦੋਂ ਸਵੇਰੇ ਇਹ ਜਡਨ ਸਾਹਿਬ ਨੂੰ ਮਿਲਣ ਆਏ, ਇੱਕ ਆਪਣਾ ਗੱਲ ਕਰਨ ਆਏ, ਇਸ਼ੂ ਰਿਜ਼ੋਲਵ ਕਰਨ ਆਏ। ਅਸੀਂ ਰੂਟੀਨ ਦੇ ਵਿੱਚ ਜਦੋਂ ਇਸ਼ੂਜ਼ ਬੰਦੇ ਰਿਜ਼ੋਲਵ ਕਰਨ ਵਾਸਤੇ ਜ਼ੋਨਲ ਮੈਨੇਜਰ ਆਉਂਦੇ ਹਾਂ, ਹਰ ਵਾਰੀ ਇੱਕ ਝੂਠੀਆਂ ਇੰਸ਼ੋਰੈਂਸ ਦੇ ਕੇ ਸਾਨੂੰ ਭੇਜ ਦਿੱਤਾ ਜਾਂਦਾ, ਲੋਲੀਪੌਪ ਦੇ ਕੇ, ਪਰ ਪ੍ਰੈਕਟੀਕਲੀ ਕਦੀ ਚੀਜ਼ਾਂ ਪੋਸੀਬਲ ਨਹੀਂ ਹੋਈਆਂ। ਅੱਜ ਵੀ ਉਹੀ ਕੰਮ ਹੋਇਆ। ਸਵੇਰੇ ਅਸੀਂ ਆਏ ਹਾਂ, ਫੀਮੇਲ ਕਾਮਰੇਡ ਸਾਡੇ ਨਾਲ ਸੀਗੇ, ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਇੱਕਦਮ ਸ਼ਾਊਟਿੰਗ ਸ਼ੁਰੂ ਹੋ ਗਈ। ਉਹ ਐਸਾ ਬਿਹੇਵੀਅਰ ਸ਼ੁਰੂ ਹੋ ਗਿਆ ਕਿ ਅਸੀਂ ਕਿਤੇ ਗੁਲਾਮ ਆ ਇਸ ਬੈਂਕ ਦੇ ਵਿੱਚ, ਅਸੀਂ ਬੈਂਕ ਦੇ EMPLOYE ਨਹੀਂ ਹੈਗੇ। ਜਦ ਕਿ ਕਿਹਾ ਜਾਂਦਾ ਹੈ ਕਿ ਬੈਂਕ ਦੇ ਜਿਹੜੇ EMPLOYE ਆ ਉਹ ਬੈਂਕ ਦੇ ਇੱਕ ਇਕੁਇਲੈਂਟ ਪਾਰਟਿਸਪੈਂਟ ਹੁੰਦੇ ਆ ਉਹਦੇ ਵਿੱਚ, ਉਹਦੀ ਗਰੋਥ ਦੇ ਵਿੱਚ ਤੇ ਉਹਦੇ ਓਨਰਸ਼ਿਪ ਦੇ ਵਿੱਚ। ਤਾਂ ਸਾਨੂੰ ਅੱਜ ਉਹ ਰਿਲਾਈਜ਼ ਕਰਾਇਆ ਗਿਆ, ਗੈਟ ਆਊਟ, ਔਰ ਐਸੇ ਵਰਡ ਯੂਜ਼ ਕੀਤੇ ਗਏ ਸਾਡੇ SC ST ਬਾਰੇ ਔਰ ਸਾਡੇ ਜਿਹੜੀ ਵੂਮਨ EMPLOYE ਦੇ ਬਾਰੇ। ਕੀ ਵਰਡ ਕੀ ਸੀਗੇ ਜਿਹੜੇ ਯੂਜ਼ ਕੀਤੇ ਗਏ? ਇਹ ਵਰਡ ਦੱਸਣਗੇ ਸਾਡੇ ਭਰਾ ਜਿਹੜੇ SC ST ਨੂੰ ਬਿਲੋਂਗ ਕਰਦੇ ਆ, ਬਿਲਕੁਲ ਨਾਲ ਸੀਗੇ ਮੇਰੇ ਉਸ ਟਾਈਮ ਜਦੋਂ ਗਏ ਅਸੀਂ, ਬਿਲਕੁਲ ਇਹ ਦੱਸਣਗੇ ਕੀ ਕੀ ਵਰਡ। ਨਾਮ ਕੀ ਤੁਹਾਡਾ? ਸਰ ਪਹਿਲਾਂ ਤਾਂ ਮੈਂ ਨਮਸਤੇ ਕਰਨਾ। ਮੈਂ ਸ਼ਿਵਮ, ਆਪਣਾ ਜਨਰਲ ਸੈਕਟਰੀ ਪੰਜਾਬ ਐਂਡ ਸਿੰਧ ਬੈਂਕ ਆਫਿਸਰ ਫੈਡਰੇਸ਼ਨ, ਤੇ ਮੈਂ ਨਾਲ SC ST ਲੁਧਿਆਣਾ ਕਾਉਂਸਲ ਦਾ ਆਪਣਾ ਜਿਹੜਾ ਐਕਟਿੰਗ ਪ੍ਰੈਜ਼ੀਡੈਂਟ ਵੀ ਹਾਂ। ਤੁਸੀਂ ਬੈਂਕ ਦੇ EMPLOYE ਵੀ ਹੋ? ਹਾਂਜੀ, ਬੈਂਕ ਦਾ ਕੀ ਜੌਬ ਕੀ ਤੁਹਾਡੀ ਬੈਂਕ 'ਚ? ਆਫਿਸਰ, ਐਜ਼ ਏ ਆਫਿਸਰ। ਕੀ ਹੋਇਆ ਸੀਗਾ ਅੱਜ? ਅੱਜ ਇਹ ਹੋਇਆ ਸੀਗਾ ਵੀ ਪਹਿਲਾਂ ਤਾਂ ਆਪਾਂ SC ST ਔਰ ਆਫਿਸਰ ਯੂਨੀਅਨ SC ST ਦੇ 170 ਮੈਂਬਰਸ ਨੂੰ ਜਿਹੜੇ ਆਪਾਂ ਰਿਪਰੈਜ਼ੈਂਟ ਕਰਦੇ ਹਾਂ। ਔਰ ਅੱਜ ਸਾਨੂੰ ਪਤਾ ਚੱਲਿਆ ਵੀ ਕਿਚਲੂ ਨਗਰ ਬ੍ਰਾਂਚ ਦੇ ਵਿੱਚ ਸਾਡੀ ਜਿਹੜੀ ਆਫਿਸਰ ਹੈ ਉਹਨੂੰ ਟੌਰਚਰ ਕੀਤਾ ਜਾ ਰਿਹਾ ਵਾ। ਇੱਕ ਅਨਐਥੀਕਲ ਜਿਹੜੀ ਪ੍ਰੈਕਟਿਸ ਹੈ ਉਹ ਰਿਪੋਰਟ ਕਰਨ ਆਏ ਸੀ ਸਰ ਨੂੰ, ਵੀ ਜਿਹੜਾ ਨੋਰਮਸ ਦੇ ਅਗੇਂਸਟ ਕੋਈ ਲੋਨ ਦਾ ਸੀਗਾ। ਤੇ ਜਿੱਦਾਂ ਹੀ ਆਪਾਂ ਅੰਦਰ ਇਹਨਾਂ ਦੇ ਨਾਲ ਗਏ ਤਾਂ ਪਹਿਲਾਂ ਤਾਂ ਸਾਨੂੰ ਕਹਿੰਦੇ ਗੈਟ ਆਊਟ, ਅੰਦਰ ਨਹੀਂ ਆਉਣਾ ਤੁਸੀਂ, ਕਹਿੰਦੇ ਬਾਹਰ ਜਾਓ। ਕਹਿੰਦਾ ਮੇਰੇ ਖਿਆਲ ਦੇ ਵਿੱਚ ਕਹਿੰਦਾ ਇਹ ਨਾ ਬੋਝ ਹੈ ਬੈਂਕ ਦੇ ਉੱਤੇ, ਵੂਮਨ EMPLOYES ਹੋ ਗਏ ਪਲੱਸ SC ST EMPLOYES ਹੋ ਗਏ। ਕਹਿੰਦਾ ਮੇਰੇ ਖਿਆਲ ਦੇ ਵਿੱਚ ਤਾਂ ਇਹਨਾਂ ਨੂੰ ਬੈਂਕ ਦੇ ਵਿੱਚ ਹੋਣਾ ਹੀ ਨਹੀਂ ਚਾਹੀਦਾ। ਠੀਕ ਹੈ ਸਾਡੇ, ਔਰ ਉਸ ਤੋਂ ਇਲਾਵਾ ਕੋਈ ਰਿਸਪੈਕਟ ਨਹੀਂ, ਔਰ ਇੰਨੀ ਗੰਦੀ ਲੈਂਗੁਏਜ ਯੂਜ਼ ਕੀਤੀ ਸਾਡੇ ਨਾਲ, ਗਾਲ ਗਲੋਚ ਤੱਕ ਕੀਤਾ ਨਾ ਜੀ। ਹਾਂਜੀ, ਇਹ ਪਹਿਲੇ ਵੀ ਕਦੀ ਇਦਾਂ ਦਾ ਮਾਹੌਲ ਬਣਿਆ? ਪਹਿਲੇ ਇੱਕ ਵਾਰੀ ਇਦਾਂ ਦਾ ਮਾਹੌਲ ਹੋਇਆ ਸੀਗਾ। ਇਹਨਾਂ ਨੇ ਸਾਨੂੰ ਪਹਿਲੇ ਵੀ ਇਦਾਂ ਹੀ ਕੀਤਾ ਸੀਗਾ ਵੀ ਆਪਾਂ ਜਿੱਦਾਂ ਹੀ ਅੰਦਰ ਜਾਣ ਲੱਗੇ ਕਹਿੰਦੇ ਵੀ ਬਾਹਰ ਜਾਓ। ਤਾਂ ਉਦੋਂ ਅਸੀਂ ਪ੍ਰੋਟੈਸਟ ਕਰਕੇ ਜਦੋਂ ਆਪਾਂ ਗੱਲ ਕੀਤੀ ਵੀ ਸਰ ਤੁਸੀਂ ਇਦਾਂ ਦਾ ਬਿਹੇਵ ਸਾਡੇ ਨਾਲ ਨਾ ਕਰੋ, ਨਾ ਤੁਸੀਂ ਕਰ ਸਕਦੇ ਹੋ ਇਦਾਂ ਦਾ ਬਿਹੇਵ, ਠੀਕ ਹੈ ਨਾ। ਤੇ ਫਿਰ ਇਹਨਾਂ ਨੇ ਸਾਨੂੰ ਲੈਂਗੁਏਜ ਉੱਦਾਂ ਦੀ ਬੋਲੀ ਸੀ, ਆਪਾਂ ਰਿਕੁਐਸਟ ਕੀਤੀ ਵੀ ਤੁਸੀਂ ਇਹ ਲੈਂਗੁਏਜ ਨਹੀਂ ਬੋਲਣੀ, ਠੀਕ ਹੈ। ਬਟ ਉਹ ਸਾਰੀ ਜਿਹੜੀ ਆਪਣੀ ਗੱਲਬਾਤ ਹੋਈ ਸੀ ਸਾਈਡ 'ਤੇ ਰੱਖ ਕੇ ਅੱਜ ਇਹਨਾਂ ਨੇ ਫਿਰ ਉਹੀ ਐਟੀਟਿਊਡ ਦਿਖਾਇਆ ਆਪਣਾ। ਤੁਸੀਂ ਵੀ ਨਾਲ ਸੀਗੇ? ਹਾਂਜੀ ਸਰ, ਮੈਂ ਵੀ ਉਸ ਟਾਈਮ ਕੀ ਮਾਹੌਲ ਬਣਿਆ ਸੀ ਜਦੋਂ ਤੁਸੀਂ ਦਫ਼ਤਰ ਦੇ ਅੰਦਰ ਐਂਟਰੀ ਲਿੱਤੀ ਸੀ? ਸਰ ਮਾਹੌਲ ਇਦਾਂ ਸੀਗਾ ਕਿ ਜਦੋਂ ਹੀ ਅਸੀਂ ਅੰਦਰ ਜਾਣ ਲੱਗੇ ਪਹਿਲੇ ਤਾਂ ਸਾਨੂੰ ਇੰਨੇ ਹਾਰਸ਼ ਵਰਡ ਯੂਜ਼ ਕੀਤੇ ਗਏ ਕਿ ਜਿੱਦਾਂ ਅਸੀਂ ਕੋਈ ਬੈਂਕ ਦੇ EMPLOYE ਨਹੀਂ, ਪਤਾ ਨਹੀਂ ਇੱਥੇ ਕਿਸ ਕੰਮ ਲਈ ਇੱਥੇ ਆ ਗਏ ਕਿ ਇਹਨਾਂ ਕੋਲ ਕੀ। ਇਹ ਤਾਂ ਇਦਾਂ ਯੂਜ਼ ਕਰ ਰਹੇ ਸੀ ਕਿ ਇਹਨਾਂ ਦੇ ਆਫਿਸ 'ਚ ਕੋਈ ਬੰਦਾ ਆ ਹੀ ਨਹੀਂ ਸਕਦਾ, ਕਿ ਜਿੱਦਾਂ ਇਹ ਵੀ ਗਵਰਨਮੈਂਟ EMPLOYE, ਅਸੀਂ ਗਵਰਨਮੈਂਟ EMPLOYE ਹਾਂ, ਅਸੀਂ ਆਫਿਸ ਵਿੱਚ। ਤੇ ਸਾਨੂੰ ਇਹਨਾਂ ਜਦੋਂ ਅਸੀਂ ਅੰਦਰ ਗਏ ਹਾਂ ਜੀ, ਪਹਿਲੇ ਤਾਂ ਸਭ ਤੋਂ ਪਹਿਲੇ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਤਾਂ SC ST EMPLOYE ਹੈ, ਵੂਮਨ EMPLOYE ਹੈ, ਕਿਸੇ ਕੰਮ ਦੇ ਬੰਦੇ ਨਹੀਂ ਹੈ, ਇਹਨਾਂ ਨੂੰ ਤਾਂ ਬੈਂਕ ਤੋਂ ਮੇਰਾ ਬਸ ਚਲੇ ਤਾਂ ਮੈਂ ਬੈਂਕ ਤੋਂ ਕੱਢ ਦੇਵਾਂ। ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜਿਹੜੇ ਦੋ ਬੰਦੇ ਤੂੰ ਬੈਂਕ ਤੋਂ ਇਹਨਾਂ ਫੀਮੇਲ ਕਾਮਰੇਡ ਨਾਲ ਆਏ ਆ, ਕਹਿੰਦਾ ਮੈਂ ਤਾਂ ਸਭ ਤੋਂ ਪਹਿਲੇ ਤੁਹਾਨੂੰ ਸਸਪੈਂਡ ਕਰੂੰਗਾ। ਤੇ ਸਾਨੂੰ ਇਹਨਾਂ ਨੇ ਸਸਪੈਂਸ਼ਨ ਲੈਟਰ ਇਸ਼ੂ ਕਰਤੀ, ਤੇ ਜਸਟ ਜਿਹਦਾ ਕੋਈ ਵੈਲਿਡ ਰੀਜ਼ਨ ਹੀ ਹੈ ਨਹੀਂਗਾ। ਔਰ ਜਸਟ ਕਿਉਂ ਕੀਤਾ ਇਹਨਾਂ ਨੇ ਕਿ ਸਿਰਫ ਆਪਣੀ ਈਗੋ ਸੈਟੀਸਫਾਈ ਕਰਨ ਲਈ ਕਿ ਇਹ EMPLOYE ਇੱਥੇ ਆ ਕਿੱਦਾਂ ਗਈ। ਅਸੀਂ ਯੂਨੀਅਨ ਦੇ ਰਿਪਰੈਜ਼ੈਂਟੇਟਿਵ ਹਾਂ, ਸਾਡਾ ਰਾਈਟ ਹੈ ਕਿ ਅਗਰ ਕੋਈ ਸਾਡਾ ਯੂਨੀਅਨ ਦਾ ਮੈਂਬਰ ਅਗਰ ਕੋਈ ਪ੍ਰੋਬਲਮ ਚਾਹ ਤਾਂ ਇੱਥੇ ਸਰ ਕੋਲ ਲੈ ਕੇ ਪ੍ਰੋਬਲਮ ਆਈਏ। ਬਟ ਇਹ ਪ੍ਰੋਬਲਮ ਸੁਣਨ ਦੀ ਜਗ੍ਹਾ ਉਹਨੂੰ ਇਹ ਆਪਣਾ ਇਹ ਸ਼ੋਅ ਕਰਦੇ ਆ ਕਿ ਮੈਂ ਇੱਥੇ ਜਿੱਦਾਂ ਡਿਕਟੋਰੀਅਲ ਐਟੀਟਿਊਡ ਹੁੰਦਾ ਨਾ ਕਿ ਮੈਂ ZM ਨਹੀਂ, ਮੈਂ ਤਾਂ ਰੱਬ ਬਣ ਗਿਆ। ਇਹਨਾਂ ਦਾ ਉਹ ਐਟੀਟਿਊਡ ਕਿ ਮੈਂ ਜੀ ਰੱਬ ਹੈਗਾ, ਕਿ ਮੇਰੇ ਤੋਂ ਇਲਾਵਾ ਕੋਈ ਪਤਾ ਨਹੀਂ ਇੱਥੇ ਹਿਲ ਸਕਦਾ। ਇਹਨਾਂ ਦਾ ਤਾਂ ਇਹ ਹਾਲ ਹੋ ਚੁੱਕਾ। ਇਹੋ ਜੀ ਕੀ ਵਜ੍ਹਾ ਬਣੀ ਸੀ ਕਿ ਤੁਹਾਨੂੰ ਉਹ ਵਰਡ ਯੂਜ਼ ਕਰਨੇ ਪਏ? ਸਰ ਅਸੀਂ ਤਾਂ ਇਹ ਤਾਂ ਹੁਣ ZM ਸਾਹਿਬ ਹੀ ਦੱਸ ਸਕਦੇ ਕਿ ਉਹਨਾਂ ਨੇ ਇਦਾਂ ਦੇ ਵਰਡ ਕਿਉਂ ਯੂਜ਼ ਕਰਦੇ ਆ। ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਇਹ ਕਿਸੇ ਬ੍ਰਾਂਚਾਂ ਵਿੱਚ ਵਿਜ਼ਿਟ ਤੇ ਵੀ ਜਾਂਦੇ ਆ, ਉੱਥੇ ਵੀ ਇਹਨਾਂ ਨੇ ਕਈ ਗਲਤ ਵਰਡ ਯੂਜ਼ ਕੀਤੇ ਆ। ਇਹ ਇਹਨਾਂ ਦੀ ਇੱਕ ਰੂਟੀਨ ਹੈ। ਇਹ ਹਰ ਕਿਸੇ EMPLOYE ਦੇ ਅਗੇਂਸਟ ਇਹਦਾ, ਚਾਹੇ ਉਹਨਾਂ ਦੀ ਫੈਮਿਲੀ ਹੈ, ਚਾਹੇ ਕਿਸੇ ਦਾ ਰਿਲੀਜਨ ਹੈ, ਉਹਦੇ ਅਗੇਂਸਟ ਇਹ ਬਹੁਤ ਗਲਤ ਵਰਡ ਯੂਜ਼ ਕਰਦੇ ਆ, ਜੋ ਅਸੀਂ ਇਹਨੂੰ ਪ੍ਰੋਟੈਸਟ ਕਰਦੇ ਹਾਂ। ਅਸੀਂ ਤੁਹਾਡੇ ਰਾਹੀਂ ਆਪਣੀ ਆਵਾਜ਼ ਇਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਸਾਡੀ ਮੈਨੇਜਮੈਂਟ ਤੱਕ ਵੀ ਪਹੁੰਚਾਈ ਜਾਵੇ ਕਿ ਇਹ ਬੰਦੇ ਨੂੰ ਜਾਂ ਤਾਂ ਇੱਥੋਂ ਟ੍ਰਾਂਸਫਰ ਕੀਤਾ ਜਾਵੇ ਜਾਂ ਇਹਨਾਂ ਦਾ ਐਟੀਟਿਊਡ ਸੁਧਾਰਿਆ ਜਾਵੇ, ਕਿਉਂਕਿ ਅਸੀਂ EMPLOYE ਜਿੱਦਾਂ ਦੇ EMPLOYE ਅਸੀਂ ਵੀ ਇੱਦਾਂ ਦੇ EMPLOYE ਹਾਂ। ਅਸੀਂ ਇਹ ਗਲਤ ਚੀਜ਼ਾਂ ਨਹੀਂ ਸਹਿ ਸਕਦੇ, ਨਾ ਅਸੀਂ ਸਮਾਂਗੇ। ਅੱਜ ਤੁਸੀਂ ਵੀ ਨਾਲ ਗਏ ਸੀ ਅੰਦਰ ਸਤਵੀਰ ਜੀ ਦੇ ਕੋਲੇ? जी सर, मैं भी गई थी। ਕੀ ਪ੍ਰੋਬਲਮ ਕੀ ਹੋਈ ਸੀਗੀ? सर मैं तो अपनी ब्रांच में जो फ्रॉड हो रहा है, मनी लॉन्ड्रिंग हो रही है, वो रिपोर्ट करने गई थी। कौन सी ब्रांच आपकी? किचलू नगर। ठीक है, क्या हुआ था? सर वहाँ इलीगल प्रैक्टिस हो रही है, जो भी मनी लॉन्ड्रिंग का केस हो रहा है, मैं तो वो डिस्कस करने गई थी। बट मेरी बात सुने बिना ही सर ने हमें एंटर नहीं करने दिया, और जो यूनियन के लोग मेरे साथ गए थे बात करने के लिए, सर ने उनसे भी बात नहीं करी और बोला कि वुमेन एम्प्लॉई हैं, वो सारे लाइबिलिटी है बैंक पे, और 2-3 बंदों की सस्पेंशन ऑर्डर्स भी निकाल दी कि अब मेरे से बात करने पे क्यों आए। यही बात करने के लिए? जी सर, यही बात करने के लिए। सतबीर जी का ये कहना है कि आप जो ऋषि नगर ब्रांच में हो, आप किचलू नगर में ब्रांच में हो,
आप लेट आते हो या फिर आप वहाँ पे मोबाइल चलाते हो, वहाँ पे काम नहीं करते हो, एज़ पर द आरबीआई गाइडलाइन जो रूल्स और रेगुलेशन बनते थे, मैंने उनको सिर्फ अपने जोन में शिफ्ट किया था, जिसके कारण ये आज मुद्दा बनाया जा रहा है। सर सारी रिकॉर्डिंग चेक करी जाए, मेरी फिनैकल आईडी चेक करी जाए, ठीक है, जो भी उनका इशू है वहाँ से रिजॉल्व हो जाए, उनको सारे आंसर मिल जाएंगे, कितने बजे लॉगिन हुआ, कितने बजे लॉग आउट हुआ, ठीक है। और मोबाइल चलाने व्हाट्सएप पे जो ग्रुप बने हैं इनके सेकंड मैन के या जो भी, अब वो मैसेजेस मैडम मुझे मगर मैसेज करेंगी तो वो कहेंगे ये अब कर दो, तो वो तो हम वहीं से देखेंगे। और पर्सनल काम के लिए तो कोई इतना टाइम ही नहीं होता सर। ਦੁਆਰਾ ਆਪਾਂ ਪ੍ਰਧਾਨ ਸਾਹਿਬ ਨਾਲ ਗੱਲ ਕਰਦੇ ਹਾਂ। ਪ੍ਰਧਾਨ ਸਾਹਿਬ, ਸਤਵੀਰ ਜੀ ਦਾ ਇਹ ਕਹਿਣਾ ਵਾ ਵੀ ਮੈਡਮ ਉੱਥੇ ਮੋਬਾਈਲ ਚਲਾਉਂਦੇ ਨੇ, ਕਸਟਮਰ ਦੀ ਕੰਪਲੇਂਟਾਂ ਆਉਂਦੀਆਂ ਨੇ ਵੀ ਉਹ ਕਹਿੰਦੇ ਨੇ ਵੀ ਅਸੀਂ ਜਦੋਂ ਵੀ ਜਾਂਦੇ ਆ ਮੈਡਮ ਦਾ ਰੂਟ ਬਿਹੇਵ ਹੁੰਦਾ ਵਾ, ਜਿੰਦੇ ਕਰਕੇ ਉਹਨਾਂ ਨੂੰ ਮੈਂ ਜ਼ੋਨ ਦੇ ਵਿੱਚ ਸ਼ਿਫਟ ਕੀਤਾ ਸੀਗਾ, ਜਿੰਦੇ ਕਰਕੇ ਇਹ ਪੂਰਾ ਹੰਗਾਮਾ ਖੜਾ ਹੋਇਆ। ਇਹ ਮੈਡਮ ਦੀ ਕੋਈ ਪਹਿਲੀ ਟ੍ਰਾਂਸਫਰ ਨਹੀਂ ਹੈ, ਬਹੁਤ ਸਾਰੀਆਂ ਟ੍ਰਾਂਸਫਰਾਂ ਜ਼ੋਨਲ ਆਫਿਸ ਦੇ ਵਿੱਚ ਟ੍ਰਾਂਸਫਰ ਕਰ ਚੁੱਕੇ ਆ। ਜਿਹਦਾ ਮਾੜਾ ਇਸ਼ੂ ਆਉਂਦਾ ਇਹਨਾਂ ਕੋਲ ਬਰਦਾਸ਼ਤ ਨਹੀਂ ਹੁੰਦਾ, ਚੱਕ ਕੇ ਇਹਨੇ ਜੱਡੋ ਟ੍ਰਾਂਸਫਰ ਕਰ ਲੈਂਦੇ ਆ। ਜੱਡੋ ਤੋਂ ਬਾਅਦ ਫਿਰ ਉਹਨੂੰ ਟੌਰਚਰ ਕੀਤਾ ਜਾਂਦਾ, ਟੌਰਚਰ ਕਰਨ ਤੋਂ ਬਾਅਦ ਆਪਣੀ ਮਰਜ਼ੀ ਦੇ ਹਿਸਾਬ ਨਾਲ ਮੋਲਡ ਕੀਤਾ ਜਾਂਦਾ, ਉਹ ਲਿਖਾਇਆ ਚੀਜ਼ਾਂ ਲਿਖਾਈਆਂ ਜਾਂਦੀਆਂ ਉਹਦੇ ਕੋਲੋਂ। ਜਿਹੜੇ ਜ਼ੋਨਲ ਮੈਨੇਜਰ ਕੋਲ ਪਾਵਰ ਹੈ ਕਿ ਤੁਹਾਡੇ ਕੋਲ ਦੀ ਸ਼ੋਕਸ ਕਰ ਸਕਦੇ ਹੋ, ਚਾਰਜ ਸ਼ੀਟ ਕਰ ਸਕਦੇ ਹੋ, ਸਸਪੈਂਡ ਕਰ ਸਕਦੇ ਹੋ। ਇਹ ਕਿਹੜਾ ਤਰੀਕਾ ਹੈ? ਤੁਸੀਂ ਬੰਦੇ ਦੀ ਗੱਲ ਹੀ ਨਹੀਂ ਸੁਣੋਗੇ। ਅਗਰ ਤੁਹਾਡੇ ਕੋਲ ਇੱਕ ਲੀਗਲ ਬੇਸ ਬੰਦਾ ਤੁਹਾਡੇ ਕੋਲ ਆ ਰਿਹਾ, ਇੱਕ ਚੀਜ਼ ਤੁਹਾਨੂੰ ਹਾਈਲਾਈਟ ਕਰ ਰਿਹਾ, ਅਗਰ ਤੁਸੀਂ ਬ੍ਰਾਂਚ ਦੀ ਰਿਕਾਰਡਿੰਗ ਕਰ ਲਓ, ਬਹੁਤ ਸਾਰੇ ਮੋਡਸ ਹੈਗੇ ਜਿਹਦੇ ਚੀਜ਼ਾਂ ਆਪਾਂ ਪਤਾ ਕਰ ਸਕਦੇ ਹਾਂ। ਔਰ ਬੜੇ ਟੂਲਸ ਬੈਂਕ ਨੇ ਇਹਨਾਂ ਨੂੰ ਦਿੱਤੇ ਹੋਏ ਆ। ਇਹ ਕੋਈ ਟੂਲ ਨਹੀਂ ਹੈਗਾ ਵੀ ਤੁਸੀਂ ਹਰ 15 ਦਿਨ ਬਾਅਦ, 6 ਮਹੀਨੇ ਬਾਅਦ, 10 ਦਿਨ ਬਾਅਦ ਟ੍ਰਾਂਸਫਰ ਕਰ ਲਓਗੇ, ਟ੍ਰਾਂਸਫਰ ਕਰਕੇ ਹਰਾਸ ਕਰੋਗੇ ਔਰ ਫਿਰ ਕਹੋਗੇ ਜੀ ਮੈਂ ਆਪਣੇ ਆਪ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੋਗੇ। ਜਦੋਂ ਬੈਂਕ ਨੇ ਤੁਹਾਨੂੰ ਟੂਲਸ ਦਿੱਤੇ ਤੁਸੀਂ ਉਹ ਟੂਲ ਕਿਉਂ ਨਹੀਂ ਯੂਜ਼ ਕਰਦੇ? ਇਲੀਗਲ ਔਰ ਅਦਰ ਵੇਜ਼ ਕਿਉਂ ਯੂਜ਼ ਕਰਦੇ ਹੋ ਤੁਸੀਂ ਉਹ ਟੂਲ? ਇੱਕ ਨਾ ਜਿਵੇਂ ਹੁੰਦਾ ਵਾ, ਆਪਾਂ ਸਰਕਾਰੀ EMPLOYE ਹਾਂ, ਕਿਉਂਕਿ ਮੇਰਾ ਕੁਐਸਚਨ ਕੀ ਹੈਗਾ, ਇੱਕ ਨੋਰਮਲ ਜੋ ਕੈਜੂਅਲ ਕੁਐਸਚਨ ਹੈ, ਜੋ ਆਮ ਲੋਕਾਂ ਦੇ ਕੁਐਸਚਨ ਹੈ। ਅਸੀਂ ਬੈਂਕਾਂ, ਸਰਕਾਰੀ ਬੈਂਕਾਂ 'ਚ ਜਾਂਦੇ ਹਾਂ, ਸਾਨੂੰ ਉੱਥੇ ਜਾ ਕੇ ਸਰਵਿਸ ਉਹ ਨਹੀਂ ਮਿਲਦੀ, ਉਹ ਬਿਹੇਵੀਅਰ ਨਹੀਂ ਮਿਲਦਾ ਜੋ ਪ੍ਰਾਈਵੇਟ ਬੈਂਕਾਂ 'ਚ ਮਿਲਦਾ ਵਾ। ਸੋ ਉਹਨਾਂ ਦਾ ਵੀ, ਸਤਵੀਰ ਜੀ ਦਾ ਵੀ ਇਹੀ ਕਹਿਣਾ ਸੀਗਾ ਵੀ ਮੈਨੂੰ ਇਹੀ ਸੇਮ ਬਿਹੇਵੀਅਰ ਮਿਲੇ, ਜਿੰਦੇ ਕਰਕੇ ਮੈਂ ਜ਼ੋਨ ਦੇ ਵਿੱਚ ਇਹਨਾਂ ਨੂੰ ਆਪਣੇ ਕੋਲੇ ਟ੍ਰਾਂਸਫਰ ਕੀਤੀ ਸੀਗੀ, ਔਰ ਉਹਦੇ ਕਰਕੇ ਇਹ ਸਾਰਾ ਮੁੱਦਾ ਭੜਕਾਇਆ ਗਿਆ ਹੈਗਾ ਵਾ। ਜਿਹੜਾ ਤੁਸੀਂ ਗੱਲ ਕਰ ਰਹੇ ਹੋ ਸਰਕਾਰੀ ਬੈਂਕ ਦੇ EMPLOYE ਦੇ ਜਾਂ ਕਸਟਮਰ ਸਰਵਿਸ ਦੀ ਗੱਲ ਕਰਦੇ ਹੋ, ਉਹਦੇ ਵਾਸਤੇ ਵੀ 100% ਸਤਵੀਰ ਦੀ ਜ਼ਿੰਮੇਵਾਰ ਹੈ। ਅਗਰ ਇੱਕ ਬ੍ਰਾਂਚ ਦੇ ਵਿੱਚ 2 ਮੈਨ ਬ੍ਰਾਂਚਿਸ ਹੋਣਗੀਆਂ ਤਾਂ ਇੱਕ ਪਾਸੇ ਕਹਿਣਾ ਤੂੰ ਬਾਹਰ ਜਾ ਕੇ ਬਿਜ਼ਨਸ ਲੈ ਕੇ ਆ, ਦੂਜੇ ਪਾਸੇ 2 ਬੰਦਿਆਂ ਤੋਂ ਬਿਨਾਂ ਬ੍ਰਾਂਚ ਨਹੀਂ ਚੱਲਦੀ, ਉਹ ਕਿੱਦਾਂ ਬੰਦਾ ਬਾਹਰ ਜਾਊਗਾ? ਇਹਦੀ ਬ੍ਰਾਂਚ ਦੇ ਵਿੱਚੋਂ ਇੱਕ ਲੜਕੀ ਨੂੰ 15-20 ਦਿਨ ਦੀ ਛੁੱਟੀ ਦਿੱਤੀ ਗਈ, ਮਾਰਚ ਦੇ ਮਹੀਨੇ ਵਿੱਚ ਛੁੱਟੀ ਦਿੱਤੀ ਗਈ, ਔਰ ਇਹਨੂੰ ਟੌਰਚਰ ਕੀਤਾ ਜਾ ਰਿਹਾ ਜਿਹੜਾ ਬੰਦਾ ਕੰਮ ਕਰਦਾ। ਔਰ ਜਿਹੜੇ ਬੰਦੇ ਨੇ ਚੀਜ਼ਾਂ ਇੱਕ ਤੁਹਾਡੀ ਬੈਂਕ ਦੇ ਬੈਨੀਫਿਟ ਵਾਸਤੇ ਸਾਹਮਣੇ ਲਿਆਂਦੀਆਂ, ਔਰ ਸਤਵੀਰ ਜੀ ਆਪਣੇ ਆਪ ਨੂੰ ਪਕਸ਼ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੇ ਆ। ਟੋਟਲੀ ਰੋਂਗ ਹੈ। ਅਗਰ ਉਹ ਠੀਕ ਹੁੰਦੇ ਤਾਂ ਅਸੀਂ ਉਹਦੇ ਨਾਲ ਖੜੇ ਹੁੰਦੇ। ਅਸੀਂ ਕਦੀ ਆਪਣੇ ਗਲਤ EMPLOYE ਨੂੰ ਪ੍ਰੋਟੈਕਟ ਨਹੀਂ ਕਰਦੇ। ਜਿਹੜਾ ਬੈਂਕ ਦੇ ਲਾਇਬਿਲਿਟੀ ਅਸੀਂ ਵੀ ਉਹਦੇ ਨਾਲ ਖੜੇ ਹਾਂ ਵੀ ਉਹ ਪ੍ਰੋਟੈਕਟ ਨਹੀਂ ਕੀਤਾ ਜਾਣਾ ਚਾਹੀਦਾ। ਪਰ ਸਤਵੀਰ ਜੀ ਦਾ ਜਿਹੜਾ ਕਹਿਣਾ ਆਪਣੇ ਆਪ ਨੂੰ ਜਸਟੀਫਾਈ ਕਰਨਾ, ਰੋਂਗ ਚੀਜ਼ਾਂ ਨੂੰ ਜਸਟੀਫਾਈ ਕਰਨਾ, ਅਸੀਂ ਬਿਲਕੁਲ ਉਹਦੇ ਨਾਲ ਸਹਿਮਤ ਨਹੀਂ ਹੈਗੇ। ਦੂਜੀ ਗੱਲ ਤੁਸੀਂ WhatsApp ਦੀ ਕੀਤੀ, ਤਾਂ ਅੱਜ ਮੈਂ ਤੁਹਾਨੂੰ ਦੱਸ ਦਿਆਂ ਕਿ ਬੈਂਕ ਦੇ ਵਿੱਚ 80% 90% ਕੰਮ WhatsApp ਤੇ ਹੁੰਦਾ ਹੈ। ਈਵਨ ਕਿ ਕਸਟਮਰ ਵੀ WhatsApp ਦੇ ਉੱਪਰ ਸਟੇਟਮੈਂਟ ਮੰਗਦੇ ਆ, ਕਸਟਮਰ ਇਨਫੋਰਮੇਸ਼ਨ ਮੰਗਦੇ ਆ, ਔਰ 10-10 ਮਿੰਟ ਬਾਅਦ ਜ਼ੋਨਲ ਆਫਿਸ ਤੋਂ ਮੈਸੇजेस ਆਉਂਦੇ ਆ, ਔਰ ਸਾਨੂੰ ਕੋਈ ਫੋਨ ਨਹੀਂ ਪ੍ਰੋਵਾਈਡ ਕੀਤਾ ਗਿਆ, ਕੋਈ ਉਹਦਾ ਬਿੱਲ ਨਹੀਂ ਪ੍ਰੋਵਾਈਡ ਕੀਤਾ ਗਿਆ ਸਟਾਫ ਨੂੰ, ਸਿਰਫ ਐਕਸੈਪਟ ਬ੍ਰਾਂਚ ਮੈਨੇਜਰ ਤੋਂ ਇਲਾਵਾ। ਤਾਂ ਉਹਨਾਂ ਤੋਂ ਇਹ ਕਹਿਤਾ ਗਿਆ ਕਿ ਤੁਸੀਂ ਆਪਣਾ ਉਹ ਦੇਖੋ, ਅੱਜ ਸਸਪੈਂਸ਼ਨ ਨੋਟ 2 ਬੰਦਿਆਂ ਦੇ WhatsApp ਦੇ ਉੱਪਰ ਦਿੱਤੇ ਗਏ ਆ। ਕਿੱਥੇ ਤੁਸੀਂ ਮੈਨੂੰ ਦੱਸੋ, ਇਹ ਸਤਵੀਰ ਜੀ ਕੋਲ ਕਿਹੜੇ ਰਾਈਟਸ ਹੈਗੇ ਆ ਚੀਜ਼ਾਂ ਕਰਨ ਦੇ? ਜੀ ਸਸਪੈਂਡ ਕਰ ਦਿੱਤਾ ਜਾਂਦਾ ਜੀ। ਸੋ ਕਿਤੇ ਨਾ ਕਿਤੇ ਸਵਾਲ ਬਹੁਤ ਵੱਡੇ ਖੜੇ ਹੁੰਦੇ ਨੇ, ਜੋ ਅੱਜ ਬਹੁਤ ਵੱਡੀ ਮਾਤਰਾ ਦੇ ਵਿੱਚ ਲੁਧਿਆਣੇ ਦੇ ਜਿੰਨੇ ਬੈਂਕਾਂ ਦੇ EMPLOYE ਨੇ, ਯਾਨੀ ਪੰਜਾਬ ਐਂਡ ਸਿੰਧ ਬੈਂਕ ਦੇ ਜਿੰਨੇ EMPLOYEਜ਼ ਨੇ, ਆਪਣੇ ਅਧਿਕਾਰੀ ਨੇ, ਅੱਜ ਜ਼ੋਨਲ ਆਫਿਸ ਦੇ ਵਿੱਚ ਇਕੱਠੇ ਹੋਏ ਨੇ ਔਰ ਇੱਕ ਆਪਣਾ ਰੋਸ ਪ੍ਰਦਰਸ਼ਨ ਜ਼ਾਹਿਰ ਕਰ ਰਹੇ ਨੇ, ਜਿੱਥੇ ਤਾਂ ਜਿਹੜੀਆਂ ਨਜਾਇਜ਼ ਸਸਪੈਂਸ਼ਨਾਂ ਕੀਤੀਆਂ ਗਈਆਂ ਨੇ ਔਰ ਕੁਝ ਵਰਡ ਇਹੋ ਜਿਹੇ ਯੂਜ਼ ਕੀਤੇ ਗਏ ਨੇ। ਆਪਾਂ ਸਤਵੀਰ ਜੀ ਨਾਲ ਵੀ ਗੱਲ ਕਰਦੇ ਹਾਂ, ਉਹਨਾਂ ਦਾ ਕੀ ਕਹਿਣਾ ਹੈਗਾ ਵਾ। ਸਰ ਤੁਹਾਡੇ ਇੱਥੇ ਨਾ ਬ੍ਰਾਂਚ ਆਏ ਸੀਗੇ ਜਿਹੜੇ ਨੋਵਲਟੀ ਪਲਾਜ਼ਾ ਦੇ ਨਾ, ਹਾਂਜੀ, ਇੱਥੇ ਯੂਨੀਅਨ ਇਕੱਠੀ ਹੋਈ ਸੀਗੀ। ਇਹਨਾਂ ਦੇ ਕੁਝ ਇਲਜ਼ਾਮ ਨੇ ਵੀ ਕਹਿੰਦੇ ਵੀ ਇੱਕ ਕਿਸੇ ਲੇਡੀਜ਼ ਨੂੰ ਇਹਨਾਂ ਨੇ ਲੇਟ ਆਉਣ ਦੇ ਉੱਤੇ ਕੁਝ ਗਲਤ ਲਫ਼ਜ਼ ਬੋਲੇ ਨੇ। ਨੋ ਬਿਲਕੁਲ ਨਹੀਂ, ਲੇਡੀ ਨਾਲ ਤਾਂ ਮੇਰੀ ਗੱਲ ਵੀ ਨਹੀਂ ਹੋਈ ਹੈ। ਤੇ ਕੋਈ ਟ੍ਰਾਂਸਫਰ ਨੂੰ ਲੈ ਕੇ ਵੀ ਕੋਈ ਪ੍ਰੋਬਲਮ ਆਈ ਹੈ? ਟ੍ਰਾਂਸਫਰ ਕੀਤੀ ਜਾਂਦੀ ਕਿਉਂਕਿ ਉਹ ਲੇਡੀ ਹੈਬਚੁਅਲ ਹੈ। ਪਿਛਲੇ 8-10 ਸਾਲਾਂ ਤੁਹਾਨੂੰ ਦੇਖਦੇ ਪਏ ਆ, ਜਿਹੜੀ ਬ੍ਰਾਂਚ 'ਚ ਰਹਿੰਦੀ ਹੈ, ਲੇਟ ਆਉਂਦੀ ਹੈ, ਜੀ ਦੁਪਹਿਰੇ 2 ਵਜੇ ਤੋਂ ਲੈ ਕੇ 3 ਵਜੇ ਤੱਕ ਭੱਜ ਜਾਂਦੀ ਹੈ, ਜੀ ਕੰਮ ਨਹੀਂ ਕਰਦੀ, ਠੀਕ ਹੈ ਜੀ। ਔਰ ਆਰਬੀਆਈ ਦੀ ਗਾਈਡਲਾਈਨਸ ਕਲੀਅਰ ਨੇ ਇਹਦੇ ਵਿੱਚ ਵੀ ਲੰਚ ਟਾਈਮ ਬੰਦ ਕੀਤਾ ਹੋਇਆ ਹੈ ਸਰਕਾਰੀ ਬੈਂਕਾਂ ਦਾ, ਜੀ। ਲੇਕਿਨ ਉਸ ਦੇ ਬਾਵਜੂਦ ਉਹ 2 ਵਜੇ ਜਾਂਦੀ ਹੈ, 3 ਵਜੇ ਵਾਪਸ ਆਉਂਦੀ ਹੈ, ਠੀਕ ਹੈ ਜੀ। ਔਰ ਸਾਰਾ ਦਿਨ ਫੋਨ ਦੇ ਉੱਤੇ ਲੱਗੀ ਰਹਿੰਦੀ ਹੈ। ਜੇ ਕੋਈ ਕਸਟਮਰ ਆ ਜੇ ਉਹਨੂੰ ਕਹਿ ਦਿੰਦੀ ਹੈ ਕੱਲ ਨੂੰ ਆਣਾ, ਠਹਿਰ ਕੇ ਆਣਾ, ਸ਼ਾਮ ਨੂੰ ਆਣਾ। ਜੀ ਇਦਾਂ ਦੀ ਤੁਹਾਡੇ ਕੋਈ ਕੰਪਲੇਂਟਸ ਵੀ ਆਈਆਂ ਨੇ ਤੁਹਾਡੇ ਕੋਲ? ਜੀ ਉਹਦੀ ਬ੍ਰਾਂਚ ਮੈਨੇਜਰ ਨੇ ਕੰਪਲੇਂਟ ਕੀਤੀ ਹੈ ਤੇ ਮੈਂ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ। ਮੈਂ ਉਹਨੂੰ ਆਪਣੇ ਜ਼ੋਨਲ ਆਫਿਸ ਵਿੱਚ ਉਹਨੂੰ ਪੋਜੀਸ਼ਨ ਦੇ ਦਿੱਤੀ, ਉੱਥੇ ਬਿਠਾਇਆ, ਉਹਨੂੰ ਬੁਲਾ ਰਿਹਾ, ਉਹਨੂੰ ਵੀ ਉੱਥੇ ਟ੍ਰਾਂਸਫਰ ਕਰਤਾ। ਜੀ
ਇਹਦੇ ਜਿਹਨੂੰ ਕੀ ਪ੍ਰੋਬਲਮ ਹੈਗੀ ਦੱਸੋ। ਅਗਰ ਉਹ ਲੇਡੀ ਜਿਹੜੀ ਹੈਗੇ ਹੈ ਉਹਨਾਂ ਦੇ ਖਿਲਾਫ ਕੁਝ ਇਦਾਂ ਦੀ ਕੰਪਲੇਂਟਸ ਆਈਆਂ ਨੇ ਜਾਂ ਉਹ ਲੇਟ ਆਉਂਦੇ ਨੇ ਜਾਂ ਡਿਊਟੀ ਦੇ ਉੱਤੇ ਫੋਨ ਚਲਾਉਂਦੇ ਨੇ ਜਾਂ ਕੰਮ ਨਹੀਂ ਕਰਦੇ ਨੇ, ਤੇ ਅਗਰ ਤੁਸੀਂ ਉਹਨਾਂ ਨੂੰ ਆਪਣੇ ਬ੍ਰਾਂਚ ਇੱਥੇ ਜ਼ੋਨਲ ਆਫਿਸ ਬੁਲਾ ਲਿਆ ਤੇ ਉਹਨਾਂ 'ਚ ਇਹ ਜਿਹੜੀ ਯੂਨੀਅਨ ਹੈ ਇਹ ਫਿਰ ਤੁਹਾਡੇ ਅੰਗੇਜ ਕਿਉਂ ਖੜੀ ਹੋਈ ਹੈ? ਆਈ ਡੋਂਟ ਨੋ, ਕਿਉਂਕਿ ਇਹ ਚਾਹੁੰਦੇ ਨੇ ਵੀ ਇਹ ਇਹੀ ਇਸ ਤਰੀਕੇ ਨਾਲ ਕੰਟੀਨਿਊ ਕਰੇ ਜੀ। ਜੇ ਹੁਣ ਜਨਰਲ ਆਫਿਸ ਤੇ ਮੇਰੇ ਡਾਇਰੈਕਟ ਕੰਟਰੋਲ 'ਚ ਆ ਗਈ ਹੁਣ ਤਾਂ ਹੁਣ ਨਾ ਇੱਥੇ ਲੇਟ ਆ ਸਕਦੀ ਹੈ ਨਾ ਜਲਦੀ ਜਾ ਸਕਦੀ ਹੈ, ਜੀ। ਨਾ ਦੁਪਹਿਰੇ ਗਾਇਬ ਹੋ ਸਕਦੀ ਹੈ। ਤੇ ਬ੍ਰਾਂਚ ਇਹ ਦੇ ਵਿੱਚ ਅਥਾਰਟੀ ਦੀ, ਹਾਂ, ਜੋ ਬ੍ਰਾਂਚ ਮੈਨੇਜਰ ਹੁੰਦਾ ਉਹਦੀ ਅਥਾਰਟੀ ਨੂੰ ਨਹੀਂ ਮੰਨਦੇ ਪੁੱਛੇ ਲੋਕ। ਜਿਵੇਂ ਤੁਸੀਂ ਹੁਣ ਇਸ ਟਾਈਮ ਜ਼ੋਨਲ ਮੈਨੇਜਰ ਤੁਸੀਂ ਉਹਨਾਂ ਨੂੰ ਇੱਥੇ ਬੁਲਾ ਲਿਆ, ਹੁਣ ਤੁਹਾਡੇ ਅੰਗੇਜ ਪੂਰੀ ਯੂਨੀਅਨ ਖੜੀ ਹੋ ਗਈ ਹੈ ਕਿ ਇਹ ਤੁਸੀਂ ਆਪਣੇ ਜਿਹੜੇ ਆਰਡਰ ਨੇ ਉਹ ਵਾਪਸ ਵੀ ਲੈ ਸਕਦੇ ਹੋ? ਨਹੀਂ ਸਰ, ਹਾਲੀ ਫਿਲਹਾਲ ਕੋਈ ਆਰਡਰ ਵਾਪਸ ਨਹੀਂ ਹੋਏ ਹੈਗੇ ਜੀ। ਟ੍ਰਾਂਸਫਰ ਆਰਡਰ ਉੱਥੇ ਉਹਨੂੰ ਜੁਆਇਨ ਕਰਨਾ ਪਏਗਾ ਜੀ। ਹਾਂ ਠੀਕ ਹੈ ਸਰ, ਥੈਂਕ ਯੂ ਵੈਰੀ ਮਚ ਸਰ। ਸੋ ਤੁਸੀਂ ਸੁਣਿਆ ਕਿ ਸਤਵੀਰ ਜੀ ਦਾ ਜੋ ਕਹਿਣਾ ਸੀਗਾ ਵੀ ਉਹ ਇੱਕ ਬ੍ਰਾਂਚ ਦੇ ਵਿੱਚ ਟਰਾਂਸਫਰ ਨੂੰ ਲੈ ਕੇ ਵੀ ਇਹ ਸਾਰਾ ਕੁਝ ਕਾਰਨ ਬਣਿਆ ਹੈਗਾ ਵਾ। ਜੁੜੇ ਰਹੋ ਕੈਮਰਾਮੈਨ ਸੰਜੇ ਸੇਤੀ ਨਾਲ, ਸੁਸ਼ੀਲ ਮਚਾਨ ਦੀ ਰਿਪੋਰਟ, ਲੁਧਿਆਣਾ ਲਾਈਵ।